ਇਹ ਆ ਗਿਆ ਜ਼ਿਲ੍ਹਾ ਸ਼ੇਖੂਪੁਰੇ ਦੇ ਜ਼ੈਲਦਾਰਾਂ ਦਾ 1918 ਵਾਲਾ ਤੇ 2026 ਵਾਲਾ ਡੇਰਾ, ਜਿਹੜਾ ਕਿ ਤੁਹਾਨੂੰ ਸਕਰੀਨ ਤੇ ਦੋਵੇਂ ਚੀਜ਼ਾਂ ਵਿਖਾਈਆਂ ਜਾ ਰਹੀਆਂ ਨੇ। ਇਹ ਕਿੱਥੇ ਹੈਗਾ ਇਹ ਫੈਮਿਲੀ ਕੌਣ ਸੀ ਔਰ ਅੱਜ ਇਹ ਕਿਸ ਹਾਲ ਦੇ ਵਿੱਚ ਹੈ। ਵੀਡੀਓ ਨਾਲ ਤੁਸੀਂ ਜੁੜੇ ਰਹਿਣਾ ਹੈ। ਤੁਹਾਡਾ ਪੂਰਾ ਨਾਂ ਕੀ ਹੈ? ਮੇਰਾ ਨਾਮ ਮੁਹੰਮਦ ਸੁਲਤਾਨ ਹੈ ਜੀ। ਤੇ ਤੁਹਾਡੇ ਵਾਲਦ ਸਾਹਿਬ ਦਾ ਨਾਮ? ਵਾਲਦ ਸਾਹਿਬ ਦਾ ਨਾਮ ਰਾਜ, ਦਾਦਾ ਜੀ ਦਾ ਨਾਮ? ਆਦਮ ਹੁਸੈਨ। ਪੜਦਾਦਾ ਜੀ ਦਾ ਨਾਮ? ਮੁਹੰਮਦ ਸਾਲੇ। ਤੇ ਇਹ ਪੰਜ ਭਾਈ ਸਨ। ਅੱਛਾ, ਮੁਹੰਮਦ ਸਾਲੇ ਸਾਹਿਬ ਪੰਜ ਭਾਈ। ਅੱਛਾ, ਤੇ ਇਹਨਾਂ ਦੇ ਸਭ ਤੋਂ ਵੱਡੇ ਭਾਈ ਸਨ ਮੌਲਾ ਦਾਸ। ਠੀਕ ਹੈ। ਦੂਸਰੇ ਨੰਬਰ 'ਤੇ ਸਨ ਮੁਹੰਮਦ ਖਾਨ। ਠੀਕ ਹੈ। ਤੀਸਰੇ ਨੰਬਰ 'ਚ ਅਹਿਮਦ ਖਾਨ ਜੀ ਜੀ। ਚੌਥੇ 'ਚ ਰਹਿਮਤ ਖਾਨ ਸਾਹਿਬ ਤੇ ਪੰਜਵੇਂ 'ਚ ਮੁਹੰਮਦ ਸਾਲੇ। ਮੇਰੇ ਪੜਦਾਦਾ ਜੀ ਸਭ ਤੋਂ ਛੋਟੇ ਸਨ। ਠੀਕ ਹੈ। ਤੇ ਸਭ ਤੋਂ ਵੱਡੇ ਭਾਈ ਮੌਲਾ ਦਾਸ ਸਨ। ਤੇ ਮਾਸ਼ਾਅੱਲਾ ਇਤਫਾਕ ਅਸੀਂ ਸੁਣਿਆ ਹੈ ਆਪਣੀ ਜ਼ਿੰਦਗੀ 'ਚ, ਨਾ ਹੀ ਅਸਾਂ ਇਸ ਤਰ੍ਹਾਂ ਦੇ ਭਰਾ ਦੇਖੇ ਨੇ ਇਤਫਾਕ ਵੱਲੋਂ, ਤੇ ਮੈਨੂੰ ਨਹੀਂ ਲੱਗਦਾ ਕਿ ਨਾ ਹੀ ਇਸ ਤਰ੍ਹਾਂ ਦੇ ਹੋਣੇ। ਵਾਹ ਜੀ ਵਾਹ। ਇਹ ਮੈਂ ਯਕੀਨੀ ਤੌਰ ਤੇ ਕਹਿੰਦਾ ਵਾ ਕਿ ਮੈਂ ਜ਼ਿੰਦਗੀ 'ਚ ਮੈਂ ਬਾਹਰ ਵੀ ਬਹਿ ਕੇ ਗੱਲਾਂ ਕਰਨਾ ਵਾ ਕਿ ਜਿਹੋ ਜੀ ਸਾਡੇ ਪੜਦਾਦਿਆਂ ਦੀ ਭਰਾਵਾਂ ਦਾ ਆਪਸ ਵਿੱਚ ਪਿਆਰ ਮੁਹੱਬਤ ਸੀ, ਇੰਜ ਦਾ ਨਾ ਹੋਣਾ ਤੇ ਨਾ ਹੀ ਕੋਈ ਹੋਇਆ। ਕੀ ਬਾਤ ਹੈ। ਇਸ ਤਰ੍ਹਾਂ ਦਾ ਹੋਣਾ ਕਿ ਜੇ ਇੱਕ ਭਰਾ ਸੋ ਰਿਹਾ ਹੈ ਤੇ ਉਹਨਾਂ ਨੇ ਪਰਦੇ ਅੱਗੇ ਕਰਦੇ ਹੋਣਾ ਕਿ ਉੱਠ ਨਾ ਪਵੇ। ਵਾਹ ਜੀ ਵਾਹ, ਕੱਚੀ ਨੀਂਦ ਨਾਲ। ਆਗਾ ਜੀ ਨੇ ਦੇਣਾ। ਅੱਛਾ ਸੁਲਤਾਨ ਮਿਲਕ ਸਾਹਿਬ, ਅਸੀਂ ਕਿੱਥੇ ਬੈਠੇ ਆ? ਅਸੀਂ ਇਸ ਟਾਈਮ ਤਹਿਸੀਲ ਜ਼ਿਲ੍ਹਾ ਸ਼ੇਖੂਪੁਰਾ ਦਾ ਪਿੰਡ ਹੈ ਪਦੋਮਰਾ ਤੇ। ਠੀਕ ਹੈ। ਤੇ ਥੋੜਾ ਜਿਹਾ ਆਪਣੇ ਫੈਮਿਲੀ ਟਰੀ ਦੇ ਬਾਰੇ ਚ ਦੱਸ ਦਿਓ ਕਿ ਆਪਣਾ ਜਿਹੜੀ ਤੁਹਾਡੀ ਫੈਮਿਲੀ ਹਿਸਟਰੀ ਹੈ ਉਹਦੇ ਬਾਰੇ ਚ ਥੋੜਾ ਜਿਹਾ ਸਾਨੂੰ ਦੱਸੋ। ਫੈਮਿਲੀ ਹਿਸਟਰੀ ਡੇਰੇ ਤੇ ਤੁਹਾਨੂੰ ਦੱਸਨੇ। ਜੀ ਜੀ। ਇਹ ਸਾਡੇ ਨਾ ਮੇਰੇ ਪੜਦਾਦਾ ਰੀ ਪੰਜ ਭਾਈ ਸਨ ਤੇ ਇਹ ਪੰਜਾਂ ਭਰਾਵਾਂ ਦਾ ਇਕੱਠਾ ਸਾਂਝਾ ਡੇਰਾ ਸੀ ਤੇ ਇਹ ਘਰ ਸਨ। ਠੀਕ ਹੈ। ਤੇ ਇਹ ਪੰਜਾਂ ਭਰਾਵਾਂ ਦੇ ਕੱਲਾ ਘਰ ਇਹ ਸਾਂਝਾ ਡੇਰਾ। ਠੀਕ ਹੈ। ਤੇ ਇਹਦੇ ਪਿੱਛੇ ਇੱਕ ਕਹਾਣੀ ਹੈ ਜੀ। ਜੀ ਜੀ। ਇਹ ਮਾਸ਼ਾਅੱਲਾ ਇਤਫਾਕ ਬੜਾ ਸੀ ਤੇ ਫਿਰ ਇਹਦੇ 'ਚ ਇਹ ਸੀ ਕਿ ਚੰਨ ਤੋਂ ਚੰਨ ਤਰੀਕ ਰੱਖੀ ਸੀ। ਪ੍ਰਾਹੁਣਾ ਜਿਹੜੇ ਮਰਜ਼ੀ ਘਰ ਦਾ ਹੋਣਾ ਹੈ, ਅੱਜ ਜੇ ਵੱਡੇ ਭਰਾ ਦੀ ਵਾਰੀ ਹੈ ਤੇ ਪੂਰੇ ਚੰਨ ਦੀ ਪਹਿਲੀ ਤਰੀਕ ਤੋਂ ਲੈ ਕੇ ਅਖੀਰਲੇ ਚੰਨ ਅਗਲਾ ਚੰਨ ਚੜ੍ਹਨ ਤੱਕ ਉਸੇ ਨੇ ਰੋਟੀ ਖਾਣੀ ਪਾਣੀ ਦੇਣਾ। ਵਾਹ ਜੀ ਵਾਹ, ਕੀ ਬਾਤ ਹੈ। ਜ਼ਬਰਦਸਤ ਚਾਚਾ ਜੀ ਜੀ। ਅੱਛਾ। ਫਿਰ ਇੱਥੇ ਖੂਹੀ ਹੁੰਦੀ ਸੀ ਇਸ ਜਗ੍ਹਾ ਤੇ। ਠੀਕ ਹੈ। ਜਿਹੜੀ ਇਹ ਸਾਡੀ ਜ਼ਾਤੀ ਇਹਨਾਂ ਘਰਾਂ ਦਾ ਖੂਹ ਸੀ, ਮਿੱਠੇ ਪਾਣੀ ਵਾਲੀ। ਮਿੱਠੇ ਬਾੜੀ ਵਾਲੀ। ਅੱਛਾ। ਤੇ ਉਹਦੇ ਨਾਲ ਫਿਰ ਜਿਹੜੇ ਅਸੀਂ ਸਾਡੇ ਪੰਜ ਘਰ ਸਨ, ਉਹ ਆਪਣਾ ਜ਼ਾਤੀ ਜਿਹੜੀ ਫਿਰ ਮਾੜੇ ਚੰਗੇ ਬੰਦੇ ਨੂੰ ਫਿਰ ਉਹ ਵੀ ਪਾਣੀ ਭਰ ਲੈਂਦੇ ਸਨ। ਇਹ ਨਹੀਂ ਕਿ ਉਹਨਾਂ ਦਾ ਪਾਣੀ ਬੰਦ, ਅੱਲਾ ਮਾਫ ਕਰੇ, ਉਹਨਾਂ ਵੀ ਪਾਣੀ ਭਰ ਲੈਣਾ। ਤੇ ਫਿਰ ਇਹ ਡੇਰੇ ਦੇ ਚਾਰ 'ਚ ਫਿਰ 2-2 ਕਨਾਲ ਦੇ ਖੱਤੇ ਸਨ ਫੀ ਭਰਾ ਦਾ। ਉਹਦੇ 'ਚ ਕੋ ਆਪਣਾ ਕੋ ਸਬਜ਼ੀ, ਕੋ ਮੂਲੀਆਂ, ਕੋ ਗਾਜਰਾਂ, ਕੋ ਧਨੀਆਂ, ਇਹ ਚੀਜ਼ਾਂ ਲੱਗਦੇ। ਉਹ ਖੂਹ 'ਚ ਵੀ ਪਾਣੀ ਲੱਗਦਾ ਸੀ ਇਸ ਡੇਰੇ 'ਚ। ਇਹ ਬਾਗ ਵੀ ਹੁੰਦਾ ਸੀ ਨਾਲੇ ਵਿੱਚ, ਜਿਹਨੇ ਕੋ ਆਪਣੀ ਮਰਜ਼ੀ ਦਾ ਕੋਈ ਦਰਖਤ ਲਾਣਾ, ਕਿਸੇ ਅਮਰੂਦ ਲਾ ਲਿਆ, ਕਿਸੇ ਖਜੂਰ ਲਾ ਲਈ। ਵਾਹ ਜੀ ਵਾਹ। ਇਸ ਡੇਰੇ 'ਚ ਇਹ ਫਿਰ ਮਾਤਾ ਕੀ ਬਾਤ। ਤੁਹਾਡੇ ਆਪਣਾ ਜਿਹੜੇ ਅਬਾਓ ਜਦਾਦ ਨੇ, ਤੁਹਾਡੇ ਬਜ਼ੁਰਗ ਜਿਹੜੇ ਨੇ, ਉਹ ਜ਼ੈਲਦਾਰ ਵੀ ਸਨ, ਰਈਸ ਆਜ਼ਮ ਵੀ ਸਨ। ਇਹ ਉਹ ਉਹਦੇ ਸਨ ਕਿ ਜਿਹੜੇ ਮਤਲਬ ਇੱਕ ਜ਼ਿਮੀਂਦਾਰ, ਵੱਡੇ ਜ਼ਿਮੀਂਦਾਰ ਸਨ, ਉਹਨਾਂ ਨੂੰ ਮਿਲਦੇ ਹੁੰਦੇ ਸਨ। ਠੀਕ ਹੈ ਨਾ ਜੀ। ਤੇ ਇਹ ਡੇਰਾ ਮੇਰਾ ਖਿਆਲ ਇਸੇ ਲਈ ਬਣਾਇਆ ਕਿ ਹਰ ਬੰਦਾ ਉਦੋਂ ਆ ਸਕਦਾ ਸੀ ਈਜ਼ੀਲੀ। ਬਿਲਕੁਲ ਇਸੇ ਤਰ੍ਹਾਂ ਈਜ਼ੀਲੀ ਹਰ ਬੰਦੇ ਵਾਸਤੇ ਖੁੱਲਿਆ ਸੀ। ਤੇ ਇਹ ਆਪਣਾ ਰੌਣਕਾਂ ਸਨ ਜੀ ਬਣੀਆਂ। ਅਸਾਂ ਤੇ ਸੁਣੀਆਂ ਨੇ, ਵੇਖੀਆਂ ਤੇ ਕੋਈ ਨਹੀਂ ਹੈਗੀਆਂ। ਹਾਂ, ਜ਼ਾਰੀ ਬਾਤ ਹੈ ਜੀ। ਤੇ ਹੁਣ ਵੈਸੇ ਵੀ ਜਿਹੜਾ ਵਕਤ ਚੱਲ ਰਿਹਾ ਹੈ, ਡੇਰੇਦਾਰੀ ਦਾ ਕਲਚਰ ਵੈਸੇ ਖਤਮ ਹੋ ਗਿਆ। ਹੁਣ ਹਾਲਾਤ ਚੇਂਜ ਹੋ ਗਏ। ਤੇ ਆਪਣਾ ਸੁਲਤਾਨ ਭਾਈ ਇਹ ਦੱਸੋ ਕਿ ਇਹ ਤੁਹਾਡੇ ਡੇਰਾ ਬੜੀ ਅੱਛੀ ਹਾਲਤ 'ਚ, ਤੁਹਾਡੇ ਘਰ ਨੇ ਉਹ ਵੀ ਮੌਜੂਦ ਨੇ, ਉਹੀ ਜਿਹੜੇ ਬਜ਼ੁਰਗਾਂ ਦੇ ਹੱਥਾਂ ਦੇ ਬਣੇ ਨੇ। ਤੁਸੀਂ ਨਵੇਂ ਵੀ ਘਰ ਬਣਾ ਲਏ ਨੇ ਬੜੇ ਬੜੇ ਅੱਛੇ। ਇਹ ਢਾਏ ਨਹੀਂ ਢਾਏ ਨਹੀਂ। ਕੀ ਵਜ੍ਹਾ ਸੀ ਕਿ ਬਜ਼ੁਰਗਾਂ ਨਾਲ ਮੁਹੱਬਤ ਦਿੱਤੀ ਸਾਰਿਆਂ ਨੂੰ। ਅੱਗੋਂ ਜਿਹੜੀ ਉਹਨਾਂ ਦੀ ਆਲ ਔਲਾਦ ਹੈ ਸਾਰੇ ਪੰਜਾਂ ਭਰਾਵਾਂ ਦੀ, ਉਹਨਾਂ ਨੂੰ ਵੀ ਆਪਣੇ ਬਜ਼ੁਰਗਾਂ ਨਾਲ ਮੁਹੱਬਤ ਹੈ ਤੇ ਕਿਸੇ ਨੇ ਘਰ ਨਹੀਂ ਢਾਇਆ ਹੈਗਾ, ਉਸੇ ਹਾਲਤ ਵਿੱਚ ਰੱਖਿਆ ਹੈ। ਅੱਗੋਂ ਔਲਾਦ ਵੱਧ ਗਈ, ਇਹ ਵੇਖ ਕੇ ਦੂਸਰੇ ਭਰਾ ਨੇ ਕਿਸੇ ਨੇ ਇੱਕ ਭਰਾ ਨੂੰ ਦੇ ਦਿੱਤਾ, ਇੰਜ ਮੰਡੀ 'ਚ ਆ ਗਿਆ। ਮਗਰ ਜਿਹੜੇ ਘਰ ਨੇ ਅਜੇ ਵੀ ਆਪਣੀ ਅਸਲ ਹਾਲਤ ਵਿੱਚ ਮੌਜੂਦ ਹੈ। ਉਹ ਮਿਸਾਲ ਹੈ ਨਾ, ਬਹੁਤਿਆਂ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿ ਜਾਂਦਾ ਹੈ। ਇਸ ਟਾਈਮ ਡੇਰਾ ਹੈ ਬਹੁਤਿਆਂ ਘਰਾਂ ਦਾ। ਅੱਛਾ। ਇਸ ਟਾਈਮ ਹੈ ਭੁੱਖਾ ਹੈ ਵਿਚਾਰਾ। ਠੀਕ ਹੈ, ਸਹੀ ਹੈ। ਇਹਦੇ ਯਾਨੀ ਕਿ ਇਹਦੇ 'ਚ ਇਹ ਗੱਲ ਹੈ ਕਿ ਜਦੋਂ ਅਸਾਂ ਮੱਲ ਮਾਰਨੀ ਹੈ ਨਾ, ਮੈਂ ਵੀ ਆਖਣਾ ਜੀ ਮੇਰਾ। ਠੀਕ ਹੈ। ਇਹਨੇ ਵੀ ਕਹਿਣਾ ਮੇਰਾ। ਮਗਰ ਜਦੋਂ ਕੋਈ ਪੋਚਾ ਪਾਜੀ ਕਰਨ ਦਾ ਵਕਤ ਆਣਾ ਨਾ, ਉਹ ਆਪਾਂ ਨਹੀਂ ਕਰਨਾ ਹੈਗਾ। ਸੱਜਿਆ ਸਜਾਇਆ ਜਿਹੜਾ ਇਹ ਹਕੀਕਤ ਹੈ ਜੀ। ਅੱਛਾ। ਇਹ ਹਕੀਕਤ ਹੈ। ਮਗਰ ਹੁਣ ਮੈਂ ਸੋਚਣਾ ਵਾ ਕਿ ਯਾਰ ਕੋਈ ਚਲੋ ਮਾੜਾ ਮੋਟਾ ਨਾ ਕਰ ਲਈਏ ਕਿ ਇਹਨੂੰ ਅਸਲੀ ਹਾਲਤ 'ਚ ਬਹਾਲ ਇਹਨੂੰ ਅਸਲੀ ਹਾਲਤ 'ਚ ਬਹਾਲ ਕਰੀਏ ਜੀ। ਅੱਛਾ, ਸਹੀ ਹੈ।
ਅੱਛਾ ਵੀਰ ਸਾਹਿਬ ਮੈਨੂੰ ਇਹ ਦੱਸੋ ਕਿ ਇਹ ਜਿਹੜਾ ਪਿੰਡ ਹੈ ਚਲ ਜ਼ੂਮ 47 ਤੋਂ ਆਪੋ ਪਹਿਲਾਂ ਦਾ ਬਣਿਆ, ਠੀਕ ਹੈ ਨਾ? ਤੇ ਕੋਈ ਬਜ਼ੁਰਗ ਦੱਸਦੇ ਨੇ ਕਿ ਇੱਥੇ ਕੌਣ ਲੋਕ ਰਹਿੰਦੇ ਹੁੰਦੇ ਸਨ 47 ਤੋਂ ਪਹਿਲੇ? ਕੋਈ ਸਿੱਖ ਜਾਂ ਹਿੰਦੂ ਹੈ ਸਨ? ਇੱਥੇ ਜੀ ਸਿਰਫ ਇੱਕ ਘਰ ਸੀ, ਘਰ ਨਹੀਂ ਸੀ, ਦੁਕਾਨ ਸੀ। ਖੱਤਰੀ ਕਿਸੇ ਦੀ? ਖੱਤਰੀ ਦੀ ਸੀ। ਦੋ ਭਰਾ ਸਨ ਉਹ। ਸਾਡੇ ਬਜ਼ੁਰਗ ਦੇ ਨਾ ਦੋ ਪਿੰਡ ਮਲਕੀਅਤ ਦੇ ਸਨ, ਠੀਕ ਹੈ। ਸਾਦਮਾਨ ਤੇ ਬਦੋਮਰਾ ਦੇ, ਤੇ ਸਾਡੇ ਵੱਡੇ ਦੇ ਮਲਕੀਅਤ ਦੇ ਸਨ। ਅਸੀਂ ਉਹਦੀ ਔਲਾਦ ਦੇ ਵਿੱਚ ਹੀ ਤੁਹਾਨੂੰ ਬਿਲਕੁਲ ਠੀਕ ਹੈ। ਅੱਗੋਂ ਆਉਣ ਵਾਲੇ ਵਕਤ ਤੇ ਸਾਡੇ ਬਜ਼ੁਰਗਾਂ ਨੇ ਰਕਬੇ ਵੇਚ ਛੱਡੇ, ਉਹ ਫਿਰ ਅੱਗੋਂ ਹੋਰ ਮਲਕੀਅਤ ਤੇ ਚਲੇ ਗਏ। ਤੇ ਉਹ ਦੋ ਭਰਾ ਸਨ, ਇੱਕ ਭਰਾ ਦੀ ਦੁਕਾਨ ਸੀ ਸਾਦਮਾਨ ਵਿੱਚ, ਇਹ ਹੱਟੀ ਜਿਹਨੂੰ ਆਂਦੇ ਆ ਅਸੀਂ, ਤੇ ਇੱਕ ਇਹਦੀ ਇੱਥੇ ਸੀ ਹਿੰਦੂਆਂ ਦੀਆਂ? ਹਿੰਦੂ ਸੀ, ਸਿਰਫ ਇੱਕੋ ਹੀ ਘਰ। ਠੀਕ ਹੈ। ਅਸੀਂ ਜੱਦੀ ਮੁਸਲਮਾਨ ਆ। ਅਸੀਂ ਇੱਕ ਹੋਰ ਤਾਂ ਦੱਸ ਸੀ ਕਿ ਅਸੀਂ ਸਿੱਖੋਂ ਮੁਸਲਮਾਨ ਨਹੀਂ ਹੋਏ। ਮੈਂ ਇਹਦੇ ਚ ਪੂਰੀ ਤਹਿਕੀਕ ਕਰ ਲਈ। ਜਿਹੜਾ ਸਾਡਾ ਇਹ ਘਰਾਨਾ ਹੈ ਸਿੱਖੋਂ ਮੁਸਲਮਾਨ ਨਹੀਂ ਹੋਇਆ। 8 ਨਸਲਾਂ ਨੇ ਤੁਹਾਡੀਆਂ ਮੁਸਲਮਾਨ ਦੇ ਪਿੱਛੇ ਰਹਿ ਕੇ ਗਿਆ। ਪਿੱਛੇ ਰਹਿ ਕੇ ਗਿਆ। ਪਿੱਛੇ ਕੁਝ ਨਹੀਂ ਰਹਿ ਗਿਆ। ਤੇ ਅਸੀਂ ਜੀ ਆਪਣਾ ਸਿੱਖੋਂ ਮੁਸਲਮਾਨ ਨਹੀਂ ਹੋਏ, ਮਗਰ ਅਸੀਂ ਪੁਰਾਣੇ ਮੁਸਲਮਾਨ ਆ। ਮਗਰ ਮੈਂ ਆਨਾ ਵਾ ਕਿ ਅੱਲਾਹ ਉਹਨਾਂ ਦੀਆਂ ਕਬਰਾਂ 'ਚ ਕਰੋੜਾਂ ਅਰਬਾਂ ਰਹਿਮਤਾਂ ਨਾਜ਼ਲ ਫਰਮਾਏ ਜਿਨ੍ਹਾਂ ਮੁਸਲਮਾਨੀ ਨੂੰ ਅਪਣਾਇਆ। ਸਹੀ ਗੱਲ, ਇਹ ਵਿੱਚੇ ਚੱਲੇਗਾ। ਮੈਂ ਆਨਾ ਵਾ ਉਹ ਜਿਹੜੇ ਮੇਰੇ ਬਜ਼ੁਰਗ ਮੁਸਲਮਾਨ ਹੋਏ, ਅੱਲਾਹ ਉਹਨਾਂ ਦੀ ਕਬਰ ਵਿੱਚ ਕਰੋੜਾਂ ਅਰਬਾਂ ਰਹਿਮਤਾਂ ਨਾਜ਼ਲ ਫਰਮਾਏ ਕਿ ਜਿਨ੍ਹਾਂ ਕਲਮਾ ਪੜ੍ਹ ਕੇ ਦੀਨ ਇਸਲਾਮ ਨੂੰ ਚੁਣਿਆ ਤੇ ਅੱਜ ਅਸੀਂ ਅਲਹਮਦੁਲਿਲਾ ਮੁਸਲਮਾਨ ਆ। ਅਸੀਂ ਤਲਵਾਰ ਦੇ ਜ਼ੋਰ ਦੇ ਛਲਵਾਰਾਂ ਅਕਸਰ ਲੋਕ ਆਂਦੇ ਨੇ। ਹਾਂ ਭਾਈ ਜਾਨ, ਤਲਵਾਰ ਦੇ ਡਰ ਨਾਲ ਛਲਵਾਰ ਨਹੀਂ ਪਾਈ, ਅਸਾਂ ਰੱਬ ਦੇ ਡਰ ਨਾਲ ਛਲਵਾਰ ਪਾਈ। ਵਾਹ ਜੀ ਵਾਹ, ਵਾਹ ਜੀ ਵਾਹ। ਇਹ ਉਹਨਾਂ ਦੱਸਣਾ ਹੈ ਬਿਲਕੁਲ ਇਸ ਨਹੀਂ ਨਹੀਂ, ਇਹ ਵਾਕਈ ਜੀ ਆਪਣਾ ਸਾਡੇ ਵੀਰਕ ਭਾਈ ਜਿਹੜੇ ਨੇ ਬੜਾ ਵੱਡਾ ਖਾਨਦਾਨ ਨੇ ਔਰ ਮਾਸ਼ਾਅੱਲਾ ਸਾਰੇ ਸਲਾਮਤ ਰਹਿਣ, ਬੜਾ ਪਿਆਰ ਤਫਾ ਕੇ ਇਹਨਾਂ ਨੇ ਆਪਣੇ ਪਿੰਡ ਦਾ ਮੁਹੱਬਤ ਇਹ ਹੀ ਹੈ ਨਾ ਕਿ ਇਹ ਦੇਖੋ ਅੱਜ ਡੇਰਾ ਬੜਾ ਖੂਬਸੂਰਤ ਸੰਭਾਲ ਕੇ ਰੱਖਿਆ। 1918 ਦਾ ਬਣਿਆ, ਇਸ ਤਰ੍ਹਾਂ ਗੱਲ ਜਿਸ ਤਰ੍ਹਾਂ ਕਿ ਬਜ਼ੁਰਗਾਂ ਨੇ ਵੀ ਦੱਸਿਆ ਸਾਨੂੰ। ਤੇ ਉਦੋਂ ਇਹ ਡੇਰੇ ਜਾਂ ਇਹ ਘਰ ਇਹਨਾਂ ਇਸ ਫੈਮਿਲੀ ਦੇ ਉਦੋਂ ਬਣੇ ਸਨ ਜਦੋਂ ਦੋਸਤੋ ਤੁਹਾਨੂੰ ਜਿਹੜੇ ਹਿਸਟਰੀ ਦਾ ਤਾਲੁਕ ਰੱਖਦੇ ਨੇ, ਅਮੂਮਨ ਸਾਰਾ ਪਿੰਡ ਕੱਚਾ ਹੁੰਦਾ ਸੀ। ਭਾਵੇਂ ਕੋਈ ਚੌਧਰੀ ਸੀ ਤੇ ਭਾਵੇਂ ਕੋਈ ਜ਼ਿਮੀਂਦਾਰ ਸੀ, ਘਰ ਕੱਚੇ ਹੀ ਹੁੰਦੇ ਸਨ। ਭਾਵੇਂ ਦਾਣੇ ਗੁੜ ਤਮਾਕੂ ਭਰਿਆ ਹੁੰਦਾ ਸੀ ਲੇਕਿਨ ਮਕਾਨ ਕੱਚੇ ਹੁੰਦੇ ਸਨ। ਤੇ ਇਹ ਜਿਹੜਾ ਡੇਰਾ ਹੈ ਇਸ ਬਾਤ ਦਾ ਸਬੂਤ ਹੈ ਕਿ ਇਹਨਾਂ ਦੇ ਜਿਹੜੇ ਵੱਡੇ ਸਨ ਔਰ ਰਈਸ ਆਜ਼ਮ ਸਨ, ਜਗੀਰਦਾਰ ਸਨ ਔਰ ਜ਼ੈਲਦਾਰ ਸਨ। ਤੇ ਉਦੋਂ ਲੋਕੀ ਮਸਲੇ ਮਸਾਇਲ ਵੀ ਲੈ ਕੇ ਆਉਂਦੇ ਹੁੰਦੇ ਸਨ। ਤੇ ਕਿੰਨਾ ਕੁ ਬਜ਼ੁਰਗਾਂ ਦਾ ਰਕਬਾ ਦੱਸ ਦਿਓ ਦਿਨ ਪਹਿਲਾਂ, ਮਤਲਬ ਪਿੰਡ ਹੀ ਹੋਣੇ ਨੇ ਆਪਣੇ? ਹਾਂਜੀ, ਮੈਂ ਤੁਹਾਨੂੰ ਦੱਸਿਆ ਨਾ ਦੋ ਪਿੰਡ ਮਲਕੀਅਤ ਸਨ। ਫਿਰ ਰਕਬਾ ਸਾਡਾ ਨਾ ਮਰੂਸ ਬਹੁਤ ਜ਼ਿਆਦਾ ਹੋਇਆ। ਬਜ਼ੁਰਗ ਸਨ ਕੱਲੇ ਭਾਈ, ਤੇ ਉਹਨਾਂ ਕੋਲੋਂ ਕੁਝ ਨਾ ਨਹੀਂ ਕੋ ਮਾਮਲਾਤ ਕੱਲੇ ਸਨ ਤੇ ਨਹੀਂ ਕਵਰ ਹੋ ਸਕਿਆ, ਮਰੂਸ ਹੋ ਗਿਆ। ਜਿਹੜੇ ਠੇਕੇਦਾਰ ਜਿਹੜੇ ਬੰਦੇ ਮਜ਼ਾਰੇ ਪਹਿਲੀ ਬੰਦੇ ਸਨ, ਉਦੋਂ ਮਜ਼ਾਰੇ ਠੇਕੇ ਤੇ ਚੱਲਦੇ ਨਹੀਂ ਸਨ, ਹਿੱਸੇ ਤੇ ਮਾਮਲਾਤ ਹੁੰਦੇ ਸਨ। ਮੇਰੇ ਮੂੰਹ ਠੇਕੇਦਾਰ ਨਿਕਲ ਗਿਆ ਤੇ ਉਹ ਹਿੱਸੇ ਚੱਲਦਾ ਸੀ ਕੰਮ। ਉਹ ਫਿਰ ਨਾ ਰਕਬਾ ਮਰੂਸ ਬਹੁਤ ਜ਼ਿਆਦਾ ਹੋ ਗਿਆ ਸਾਡਾ। ਸਹੀ, ਹਾਂਜੀ। ਤੇ ਬਾਕੀ ਅਲਹਮਦੁਲਿਲਾ ਜੀ ਠੀਕ ਠਾਕ ਹੈ ਜੀ। ਅੱਲਾ ਇਹ ਬਿਲਡਿੰਗ ਹੀ ਤੁਹਾਨੂੰ ਦੱਸ ਦਈਏ ਕਿ ਰਕਬਾ ਠੀਕ ਠਾਕ ਸੀ ਸਾਡਾ। ਚਾਚਾ ਜੀ ਕੀ ਨਾਂ ਹੈ ਤੁਹਾਡਾ? ਹਸਨ ਇਕਬਾਲ ਮੇਰਾ। ਬਾਲ ਸਾਹਿਬ ਦਾ ਕੀ ਨਾਂ ਸੀ? ਹਾਜੀ ਰਿਆਜ਼ ਸਿੰਘ ਮੇਰਾ। ਤੇ ਦਾਦਾ ਜੀ? ਉਹਦੀ ਰਹਿਮਤ ਸਾਹਿਬ ਮੇਰਾ। ਇਹ ਬੜੀ ਖੂਬਸੂਰਤ ਇਮਾਰਤ ਹੈਗੀ ਹੈ, ਕਿਦੋਂ ਦੀ ਬਣੀ ਹੈ? 1918 ਦੀ ਬਣੀ। 1918 ਦੀ ਬਣੀ ਹੈ। ਤੇ ਤੁਹਾਡੇ ਘਰ ਜਿਹੜੇ ਨੇ ਉਹ ਕਿਦੋਂ ਦੇ ਬਣੇ ਨੇ ਜਿਹੜੇ ਪੁਰਾਣੇ ਨੇ? ਇਹ ਵੀ 1918 ਦੇ ਤਕਰੀਬਨ ਉਹਦੇ ਉਦੋਂ ਹੀ ਬਣੇ ਨੇ। ਉਦੋਂ ਹੀ ਬਣੇ ਨੇ, ਬਿਲਕੁਲ ਸਹੀ ਹੈ। ਤੇ ਮੈਨੂੰ ਇਹ ਦੱਸੋ ਕਿ ਕੀ ਬਜ਼ੁਰਗ ਦੱਸਦੇ ਹੁੰਦੇ, ਤੁਸੀਂ ਕੀ ਉਸ ਬਾਰੇ ਜਾਣਦੇ ਹੋ ਆਪਣੇ ਵੱਡਿਆਂ ਦੇ ਬਾਰੇ ਦੇ ਵਿੱਚ, ਜਾਂ ਕੋਈ ਐਸੀਆਂ ਗੱਲਾਂ ਜਿਹੜੀਆਂ ਤੁਹਾਡੇ ਤੱਕ ਆਈਆਂ ਨੇ ਸੀਨਾ ਰਈਸ ਆਜ਼ਮ ਸਨ ਸਾਡੇ ਬਜ਼ੁਰਗ, ਤੇ ਬਜ਼ੁਰਗ ਸਾਡੇ ਬੜੇ ਅੱਛੇ ਬਜ਼ੁਰਗ ਸਨ ਸਾਡੇ। ਹਾਂਜੀ, ਤੇ ਬੜੇ ਮਹਿਮਾਨ ਨਵਾਜ਼ ਸਨ ਸਾਰੇ। ਮਹਿਮਾਨ ਇੱਥੇ ਰਾਤਾਂ ਆਣ ਕੇ ਰਹਿੰਦੇ ਹੁੰਦੇ ਸਨ। ਬੜੇ ਡੇਰੇ ਦੇ ਚਾਰ ਚੇਰੇ ਬਾਗ ਸੀ ਸਾਰਾ। ਵਾਹ ਜੀ, ਹਰ ਬੂਟੇ ਦਾ ਬਾਗ ਸੀ ਇੱਥੇ। ਕਿਉਂਕਿ ਸਾਨੂੰ ਤੇ ਜਿਵੇਂ ਬਜ਼ੁਰਗਾਂ ਦੱਸਿਆ ਨਾ ਉਵੇਂ ਤੇ ਅਸੀਂ ਬਿਲਕੁਲ ਪਤਾ ਸੀ ਵੀ, ਲੇਕਿਨ ਅਸਾਂ ਦੇਖਿਆ ਨਹੀਂ ਹੈ ਬਾਗ। ਲੇਕਿਨ ਸਾਨੂੰ ਚਾਰ ਚੇਰੇ ਸਾਰਾ ਬਾਗ ਹੁੰਦਾ ਸੀ, ਬਗੀਚਾ ਸੀ। ਬਿਲਕੁਲ ਸਹੀ ਹੈ। ਹਾਂਜੀ, ਤੇ ਇਹ ਬਿਲਕੁਲ ਆਪਣੀ ਅਸਲੀ ਹਾਲਤ 'ਚ? ਅਸਲੀ ਹਾਲਤ। ਤੇ ਉਦੋਂ ਥੋੜਾ ਪਿੰਡ ਹਟਵਾ ਨਹੀਂ ਸੀ ਹੋਏਗਾ ਕਿ ਇੱਥੇ ਸੀ? ਇੱਥੇ ਸੀ। ਇਹ ਛੋਟੀ ਜੀ ਗਲੀ 'ਚ ਸਾਰਾ ਪਿੰਡ ਸੀ। ਇੱਕੋ ਹੀ ਪਿੰਡ ਆ, ਇੱਕੋ ਹੀ ਗਲੀ ਸਿਰਫ ਸਾਰੀ। ਠੀਕ ਹੋ ਗਿਆ, ਹੋਰ ਪਿੰਡ ਫੈਲਿਆ ਸਾਰਾ। ਪਿੱਛੇ ਥੋੜਾ ਜਿਹਾ ਹੁਣ ਤਦ ਫੈਲਿਆ ਸਿਰਫ ਇਹੋ ਪਿੰਡ ਸੀ। ਨਹੀਂ ਸਿੱਧਾ ਜਿਹਾ ਘਰ ਸਨ ਸਾਰੇ। ਵਾਹ ਜੀ, ਵੱਡਿਆਂ ਘਰਾਂ ਦੇ ਸਰ। ਇਹ ਕਿਹੜੇ ਇੱਥੇ ਤੇ ਮਾਜਰ ਤੇ ਹੈ ਹੀ ਕੋਈ ਨਹੀਂ, ਸਾਡੇ ਪਿੰਡ 'ਚ ਕੋਈ ਮਾਜਰ ਨਹੀਂ ਹੈ। ਅੱਛਾ, ਮੌਜੂਦਾ ਜੇ ਇੱਥੇ ਬਿਰਕਾਂ ਦਾ ਹੀ ਸਾਰਾ ਕਰ ਲਿਆ। ਹੋਰ ਉੱਥੇ ਬਲਾਦਰੀ ਵੀ ਕੋਈ ਨਹੀਂ ਹੈਗੀ। ਹੋਰ ਅੱਛਾ, ਬਿਰਕਾਂ ਦੇ ਪਿੰਡ ਸਾਰੇ ਮੁਸਲਮਾਨਾਂ ਦਾ? ਸਾਰੇ ਮੁਸਲਮਾਨਾਂ ਦਾ ਪਿੰਡ ਹੈ ਤੇ ਸਾਰੇ ਬਿਰਕਾਂ ਦਾ ਹੀ ਕਰ ਲਿਆ ਇੱਥੇ। ਕੀ ਬਾਤ ਹੈ, ਕੀ ਬਾਤ। ਹੋਰ ਕੋਈ ਬਲਾਦਰੀ ਨਹੀਂ ਇੱਥੇ ਨਾ ਚੀਮਾ ਚੱਠਾ ਵਗੈਰਾ ਕੋਈ ਬਾਤ ਕੋਈ ਨਹੀਂ ਹੈਗੀ। ਸਾਰੇ ਬਿਰਕਾਂ ਦੇ ਕਰ ਲਿਆ। ਅੱਛਾ, ਸਹੀ ਹੈ। ਅੱਛਾ, ਸਾਡਾ ਨਾ ਭਾਈ ਸਾਹਿਬ ਜਿੱਦਾਂ ਕਰੋ ਜਰਾ ਕੈਮਰਾ ਇੱਥੋਂ ਹੀ
ਹਾਂਜੀ ਕਿ ਮੁਗਲਾਂ ਨੇ ਤੁਹਾਨੂੰ ਡਰਾਇਆ ਤੇ ਤੁਸੀਂ ਸਿੱਖੀ ਛੱਡ ਕੇ ਤੇ ਤੁਹਾਡਾ ਕੀ ਨਾਮ ਹੈ? ਜੀ ਮੇਰਾ ਨਾਮ ਅਲੀ ਮਸੂਦ ਛੱਡ ਹੈ। ਕੇ ਨਾ ਅੱਛਾ ਵੀਰੇ ਸਾਹਿਬ ਤੁਸੀਂ ਦੱਸੋ ਕਿ ਆਪਣਾ ਕੈਸਾ ਲੱਗਦਾ ਹੈ ਕਿ ਜਦੋਂ ਤੁਸੀਂ ਵੇਖਦੇ ਹੋ ਆਪਣੇ ਵੱਡਿਆਂ ਦੀਆਂ ਹਵੇਲੀਆਂ ਔਰ ਇਹ ਉਦੋਂ ਏਡੇ ਏਡੇ ਜਗੀਰਦਾਰ ਔਰ ਉਸ ਰਕਬੇ ਵਾਲੇ ਲੋਕ ਸਨ ਕਿ ਜਦੋਂ ਗੁਰਬਤ ਸੀ ਪੈਸਾ ਨਹੀਂ ਸੀ ਹੁੰਦਾ, ਜੀ। कैसा फील होता है? जी देखिए मैं थोड़ा सा आपको बैक हिस्ट्री में जाना चाहूँगा। देखिए जैसे आपने मेरा नाम पूछा है, मैंने आपको बताया मेरा नाम अली मसूद विर्क है। मेरे फादर का नाम नजम ज़हीर अहमद विर्क, मेरे दादाजी का नाम मुश्ताक अहमद विर्क, उनके वालिद का नाम अहमद खान विर्क, उनके वालिद का नाम शाह मोहम्मद विर्क, उनके वालिद का नाम नूर मोहम्मद विर्क। क्या बात, देखिए ये एक फैमिली ट्री होता है, इसको लेके लेगेसी को आगे चलना होता है। माशाल्लाह। ये ही हमारी पहचान होती है। गांव में जो रहते हैं लोग, अक्सर ये एक कॉन्सेप्ट है कि लोग इनको कहते हैं जो गांव में रहता है या जो अपना पंजाबी कल्चर लेके चलता है, ये पेंडू होते हैं। या शहरों में रहने वाले जो हैं वो बड़े जदीद हैं या जदीद सोच रखते हैं। बिल्कुल। मैं इसके बिल्कुल बरक्स सोचता हूँ। ठीक। आप देखिए शहरों में जाएंगे, वहाँ पे आपकी पहचान क्या होगी, हाउस नंबर क्या है, स्ट्रीट नंबर क्या है, फेस नंबर क्या है। आप गांव में आएंगे, आपको आपकी पहचान क्या है, आपके नाम से पहचाना जाएगा, आपके वालिद के नाम से पहचाना जाएगा, आपके दादाजी के नाम से पहचाना जाएगा कि आप किस बरादरी से ताल्लुक रखते हैं। देखिए बरादरी में भी मैं यकीन नहीं रखता, क्योंकि अल्लाह सुब्हानहू तआला ने सबको बराबर बनाया। ये बरादरी सिस्टम इसलिए निकाला गया था एक पहचान के लिए, एक बनाने के लिए कि ये इस तबके से ताल्लुक़ रखते हैं या इससे। देखें लोग अमूमन कहते हैं कि जी ये छोटी ज़ात के हैं या इनका जो शोबा है या जिस शोबे से मुंसलिक है ये छोटे लोग हैं। बिल्कुल गलत बात है। मैं उनको ना मुलाजिम कहता हूँ ना कमी कहता हूँ, वो खिदमत गुजार होते हैं, उनसे बड़ा कोई वफादार नहीं होता। अगर आप हमारे गाँव में सर्वे करें, निकलें, हमारे यहाँ पे बहुत सी बरादरियाँ हैं जो नस्ल दर नस्ल यहाँ पे चलती आ रही हैं, दादा परदादा से उनकी यहाँ पे चलती आ रही है। हमारे वो खिदमत गुजार हैं, हमारा भी उनके साथ एक अच्छा वक्त गुजरा है, उनके लिए हमारी जान हाजिर है। वो हमें ये कहते हैं कि आप एक इशारा करें, आपके लिए हमारी जान हाजिर है। उनका एक वक्त हमारे साथ गुजरा हुआ है। देखिए मैं आपको थोड़ा सा मजीद यहाँ पे एडअप करना चाहूँगा। ये गाँव हमारे बुजुर्गों ने आबाद किया यहाँ पे आके। ये जगह पहले यहाँ पे बिल्कुल कलर थी, जिसको वीरान कहते हैं, दब कहते हैं। ये हमारे बुजुर्गों ने आके यहाँ पे आबाद की। जैसे कि आपने पहले शुरू में ही ये इंट्रो दिया है हमारा कि जो हमारे बुजुर्ग थे नूर मोहम्मद विर्क साहब, उनको ज़ैलदार कहा जाता था। हमारे जो दादा परदादा हैं वो मेरे जो शाह मोहम्मद विर्क थे वो रईस आज़म थे। उन्होंने यहाँ पे आके बुनियाद रखी, इस गाँव को बनाया। सिर्फ बनाया नहीं, उन्होंने यहाँ पे जो छोटी बरादरियाँ थी या जो छोटे लोग थे, छोटे मेरा कहने का ये मुराद है कि जो साहिब हैसियत नहीं थे, हाँ, बिल्कुल। हमारे बुजुर्गों ने उनको यहाँ पे आके जगह अलॉट की, गवर्नमेंट से नहीं दी, अपने जाती रकबे से दी। उन्होंने उनको यहाँ रहने की रिहाइश दी, उनका खाने पीने का इंतजाम किया, उनको यहाँ पनाह दी, उनके साथ पर हाथ रखा। हमारे यहाँ पे कब्रिस्तान है, एकड़ पे मुही, जितने भी आप एकड़ कह लें, वो हमारे बुजुर्गों ने अपने रकबे में से अलॉट किया। फिर उसके बाद यहाँ पे जो लोग थे उनको यहाँ पे दुकानें बना के दी गई, उनको यहाँ पे कारोबार करवा के दिए गए, उनका ख्याल रखा गया। वहाँ से चलती आती है एक ट्राइब कह लें या आप एक कह लें कि चेन चलती आ रही है। देखिए यहाँ पे हमारे ये मुआशरे में थोड़ा सा कहा जाता है कि जो चौधरी होता है ना, उसको फ्यूडल लॉर्ड कहा जाता है कि शायद बहुत मगरूरा है, शायद वो उसकी सोच बहुत ऊंची है या वो अपने बराबर किसी को नहीं समझता। बिल्कुल गलत कॉन्सेप्ट है ये। चौधरी की अगर आप लफ्ज़ भी हिस्ट्री में जाएं तो आपको पता चलेगा चौधरी कहा जाता है चार गढ़ों का फैसला करने वाला। चार चौक कह लें या चौराहे कह लें, उन पे बैठ के फैसला करने वाला। लोग ये वो अपने आप को खुद नहीं कहता कि मैं चौधरी हूँ, लोग उसको कहते हैं, उसको सिलेक्ट करते हैं कि तुम चौधरी हो, हमारा फैसला करो। बस यहाँ पे एक लफ्ज़ को या हमारा जो माशरा या सोसाइटी जिस साइड पे चली गई है, लोग उसको पसंद नहीं करते कि नहीं ये चौधरी है तो पता नहीं इसकी क्या सोच होगी, ये अपने से नीचे लोगों को दबा के रखता होगा या अपना फैसला चलाता होगा। ऐसा कुछ नहीं होता। जो खानदानी बंदा होता है, मेरे दादाजी कहा जाते थे, जो असली और नस्ली होता है वो अपनी पहचान और अपनी जुबान से पहचाना जाता है। देखें बहादुरी, ईमानदारी और वफादारी बताई नहीं जाती, दिखाई जाती है। और ये जो मैंने जैसे आपको लफ्ज़ चौधरी का बयान कर रहा हूँ, ये जो चौधरी हमारे गांव में आज भी ये चलता है, नंबरदार सिस्टम कह लें, ये सारा अभी भी चलता है। क्यों चलता है? तो लोग आज भी यकीन रखते हैं कि अगर हम फलां डेरे में जाएंगे, वहाँ पे अपना फैसला लेके जाएंगे, दोनों पार्टियों को यकीन होता है कि आज भी हमारा फैसला मेरिट पे किया जाएगा। सही बात है। वो यकीन रखते हैं, एतमाद रखते हैं इस बात के ऊपर। तो ये इसलिए एक सिलसिला चलता आ रहा है। जैसे भाई सुल्तान है, मेरे कज़न है, मेरे ताया जी के बेटे हैं, उन्होंने बचपन से मुझे बहुत प्यार किया, उन्होंने मुझे अपना छोटा भाई माना है। ये जैसे डेरा है वो अब हमारे इस विरसे को लेके आगे चाह रहे हैं, पंजाबी कल्चर को प्रमोट करें। हमें खुशी होती है इस बात से, हम प्राउड फील करते हैं कि मैं बेसिकली खुद प्राउड फील करता हूँ कि मेरा भाई सुल्तान
या भाई उस्मान है या मेरे ताया अबू जाहिद है, वो इस सिलसिले को लेके आगे चल रहे हैं। देखें आज आप हमारे पास आए हैं, हमारा सीना और चौड़ा हो गया है, हम और खुश हो गए हैं कि हमारे पास आप आए, आप आज हमारे मेहमान हैं। हमारे पास तो बिठाने के लिए जगह कम पड़ रही है कि आपको कहाँ बिठाए और कैसे आपसे ट्रीट करें। तो आपको मैं पहले तो दिल की गहराइयों से शुक्रिया अदा करूंगा कि आपने हमें ये शर्फ दिया कि आप हमारे पास आज यहाँ पे आए। और दूसरा, हमारे गाँव को आपने इंटरनेशनल लेवल पर देखिए, जैसे आपके फॉलोअर्स हैं, मिलियंस में हैं, आपको लोग पसंद करते हैं, आपकी वीडियो को देखते हैं, आपको फॉलो करते हैं, आपको चाहते हैं, देखना चाहते हैं, आपको कंटेंट को देखना चाहते हैं। देखिए मैं बेसिकली हमारे, क्योंकि भाई सुल्तान कह लें या हमारी फैमिली कह लें, हमारा शुरू से ही ये एक जहन है कि हमें ये पसंद है कि पंजाब को प्रमोट किया जाए, इसके कल्चर को प्रमोट किया जाए, हिस्ट्री को प्रमोट किया जाए, लोगों को आगाह किया जाए हकीकत क्या थी और क्या है और क्या होगी। तो इसी तरह मैं आपको मज़ीद यही कहना चाहूँगा कि मतलब कि आप इस सिलसिले को लेके आगे कंटिन्यू करें और लोगों तक ये एक शौर कह लें या इन्फॉर्मेशन कह लें कि पहुँचाएँ कि हमारा पंजाब क्या था, हमारा मुल्क क्या था, पहले ये मुत्तहिदा हिंदुस्तान था, कब ये पाकिस्तान बना, कैसे बना, किन की कुर्बानियों से बना, कितनी मुश्किलात से बना, कितनी मेहनत से बना, और किन किन लोगों ने अपनी जान इसमें मुल्क को बनाने के लिए अपनी जान का नजराना पेश किया। और हमें आज प्राउड फील होता है कि हम आज इस मुल्क में आज़ाद सांस ले रहे हैं। मजीद मैं आपको यही एडअप करना चाहूँगा कि अब आपको विजिट करवाते हैं, आपको अपने डेरे का विजिट करवाते हैं, गाँव का विजिट करवाते हैं, अपने घरों का विजिट करवाते हैं जो हमारे सिंस 1918 के बने हुए हैं। तो मोस्ट वेलकम आए, अब आपको विजिट करवाते हैं।